मेरा नाम जी कर्नल संतोख सिंह है, शहीद ऊधम सिंह नगर तो ही हाँ मैं। अच्छा जी। गुरबाणी दे ते थोड़े जे मैनू शंका ने उस दे बारे थोड़ा जा बोलो जी। पहला आउंदा आस्वादी वार दे विच जिन मस्तक धुर हर लिखिया तिन्ना सतगुर मिलिया राम राज। हाँ जी। ते वो जे मस्तक ते नहीं लिखिया हैगा ते फिर नहीं मिलेगा। हाँ जी, गुरबाणी जदों असी खोज के पढ़ते हैं ना पता लगता है मस्तक ते असी लिखते हैं, असी आप खुद लिखते। हाँ, जे मैनू सतगुर मिलिया है तो मैं मस्तक भाग मंदेरे मिटावांगा और मस्तक भाग चंगेरे लिखांगा, और मस्तक भाग चंगेरे लिखांगा तो मैं हमेशा आइडियल्स मॉरल्स दा संग करांगा। उन्होंने कहते ने सत्संग करना। सत्संग कोई चार दीवार कुछ लोगों के विचकार जाके बैठन नहीं कहते ने। ये मानयोग सामने डॉक्टर साहब बैठे ने, गुप्ता जी चार्टर्ड अकाउंटेंट बैठे ने, अपनी सीट ते बैठ के आइडियल्स और मॉरल्स दे नाल अपनी जॉब नूं करते हैं। ये उत्थे बैठे सत्संग ही कर रहे हैं, पर उहदे वास्ते भाग बनाने पैंदे ने, है ना। अच्छा, ये आप बनाने। हाँ जी। सतगुर मिले दी निशानी है कि मैं मस्तक भाग मंदेरे मिटाए मस्तक भाग चंगेरे लिखे। वरना एक शब्द आंदा है, मेरे साहिबा हो आपो परम पुलानी, अक्षर लिखे सही गावा अवर न जाना बाणी। मैंने जैसे यहाँ पर मस्तक पे अक्षर लिखे हैं वैसे कर्म मैं करती रहती हूँ। ये अक्षर मिटा दे और नए अक्षर लिख ले। इनको मिटाने की अक्ल सतगुर से ले ले। मेरे अंदर ये सी कि भी पहला लिखे आउंदे ने तुहाडे, ये मेरा तेरा डाउट कि भी पहला तो नहीं लिखे आउंदे, असीं आप बनाने। हाँ जी, ये सारे क्वेश्चनस पूरी पुस्तक 7 साल लगे ने असीं सांझ कीती है संगतां नाल। गुरबाणी दे शब्द अते क्वेश्चनस कि एक अमीर दे घर पैदा होए, गरीब दे घर क्यों पैदा होया, रोड़ी दे ढेर ते क्यों होया, दिस एंड दैट। वो जीवन मुकत है पुस्तक का नाम। सो कर्नल संतोख सिंह जी, आई एम ऑनर्ड कि तुसीं सुनन आए और इतना हम्बली इतने प्यार नाल तुसीं मेरे नाल सवाल कर रहे हो। तुसीं इतनी वड्डी पोस्ट तो रिटायर होए हो और मैनू आई एम ऑनर्ड और मैं तुहाडा धन्नवादी हाँ कि तुसीं मैनू निवाजिया। दूसरा एक होर अपना जपजी साहब दे विच आउंदा ना। हाँ जी। भुगत ज्ञान दया भंडारण। हाँ जी। ਉਹਦੇ ਚ ਆਉਂਦਾ ਰਿੱਧ ਸਿੱਧ ਅਵਰਾ ਸਾਧ। हाँ जी। ਉਹ ਰਿੱਧ ਸਿੱਧ ਜਿਹੜੀਆਂ ਇਹ ਐਕਚੁਅਲੀ ਹੈਗੀਆਂ ਲਾਈਫ ਵਿੱਚ ਮਿਲਦੀਆਂ ਤੁਹਾਨੂੰ, ਤੁਸੀਂ ਗ੍ਰਹਿਣ ਕਰ ਸਕਦੇ ਹੋ ਜਾਂ ਕਿਸ ਤਰ੍ਹਾਂ? ਗੁਰਬਾਣੀ ਅਨੁਸਾਰ ਇਹ ਜਿਹੜੀਆਂ ਸੋ ਕਾਰਡ ਤਾਂਤਰਿਕ ਦੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਇਹਨਾਂ ਨੂੰ ਗੁਰਬਾਣੀ ਨਹੀਂ ਮੰਨਦੀ ਹੈ। ਅਵਰਾ ਸਾਧ ਹੁੰਦਾ ਜਮਾ ਵਾਲੀ ਬੁੱਧੀ ਵਾਲਾ ਸਵਾਦ ਹੈ। ਇਹ ਰਿਐਲਿਟੀ ਤੇ ਹੁੰਦੀਆਂ ਨਹੀਂ, ਕੰਡੈਮ ਕਰਦੀ ਹੈ। ਸਾਡੀ ਪੁਸਤਕ ਹੈ ਸਚਿਆਰਾ ਕਿਵੇਂ ਬਣੀ, ਉਹਦੇ ਵਿੱਚ ਅਸੀਂ ਇਸ ਦੀ ਸਾਂਝ ਕੀਤੀ ਹੈ। ਮੇਰਾ ਨਾਮ ਹਰਭਜਨ ਸਿੰਘ ਹੈ ਜੀ, ਟੀਚਿੰਗ ਡਿਪਾਰਟਮੈਂਟ ਹੈ ਮੇਰਾ। ਕਮਾਲ ਹੈ। ਇੱਕ ਗੱਲ ਤਾਂ ਸੁਖਵਿੰਦਰ ਜੀ ਮੇਰੇ ਮਨ ਦੀ ਕਰ ਗਏ ਲਗਭਗ, ਇਹਨੂੰ ਸਮਾਜਵਾਦ ਨਾਲ ਜੋੜ ਲਈਏ ਚਾਹੇ ਕੋਈ ਵੀ ਹੈ, ਕਿ ਅਸੀਂ ਕਰਮ ਫਿਲੋਸਫੀ ਦੇ ਨਾਲ ਜੋੜਦੇ ਹਾਂ। ਜਿਵੇਂ ਭਿਖਾਰੀ ਹੈ, ਮੇਰੇ ਬੈਠਿਆਂ ਵੀ ਇਹ ਸਵਾਲ ਆ ਰਿਹਾ ਸੀ, ਮੈਂ ਇਹਨੂੰ ਰਿਪੀਟ ਨਹੀਂ ਕਰਨਾ ਚਾਹੂੰਗਾ। ਥੈਂਕ ਯੂ। ਕਿਉਂਕਿ ਡਿਸਕਸ ਹੋ ਗਿਆ। ਦੂਸਰਾ, ਆਮ ਤੌਰ 'ਤੇ ਅਸੀਂ ਸੋਚਦੇ ਹਾਂ ਕਿ ਜਦੋਂ ਵੀ ਸਮਾਜ ਦੇ ਵਿੱਚ ਕੋਈ ਚੰਗਾ ਜਾਂ ਮਾੜਾ ਕਰਮ ਅਸੀਂ ਦੇਖਦੇ ਹਾਂ, ਚੰਗੇ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ, ਮੰਦੇ ਨੂੰ ਅਸੀਂ ਨਿੰਦਦੇ ਹਾਂ। ਜਾਂ ਕੋਈ ਅਣਹੋਣੀਆਂ ਘਟਨਾਵਾਂ ਵਾਪਰ ਜਾਂਦੀਆਂ, ਜਿਵੇਂ ਕਿਸੇ ਦਾ ਕੋਈ ਜਵਾਨ ਬੱਚਾ ਮਰ ਜਾਂਦਾ, ਕਿਸੇ ਪਤਨੀ ਦਾ ਜਵਾਨ ਪਤੀ ਮਰ ਜਾਂਦਾ, ਤਾਂ ਅਸੀਂ ਉਹਨੂੰ ਭਾਣੇ ਦੇ ਨਾਲ ਜੋੜਦੇ ਹਾਂ। ਇੱਕ ਬੰਨੇ ਅਸੀਂ ਕਹਿੰਦੇ ਹਾਂ ਕਰੇ ਕਰਾਵੇ ਆਪੇ ਆਪ ਮਾਨਸ ਦੇਹ ਕਿਸ ਨਾਹੀ ਹਾਥ, ਔਰ ਇੱਕ ਪਾਸੇ ਅਸੀਂ ਇਹ ਚੰਗੇ ਔਰ ਮੰਦੇ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਅਗਰ ਮੰਦੇ ਕਰਮ ਕਰਨ ਵਾਲਾ ਵੀ ਹੈ, ਇਹ ਵੀ ਸਾਰੇ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹੈ। ਤਾਂ ਫਿਰ ਇਹ ਪ੍ਰਮਾਤਮਾ ਦਾ ਕੌਨਸੈਪਟ ਸਾਡੇ ਅੰਦਰ ਕਿਸ ਤਰ੍ਹਾਂ ਦਾ ਹੈ ਕਿ ਅਸੀਂ ਚੰਗਾ ਔਰ ਮੰਦਾ ਦੋਨੋਂ ਜਦੋਂ ਪ੍ਰਮਾਤਮਾ ਨੇ ਪੈਦਾ ਕੀਤੇ ਹੈ, ਤਾਂ ਫਿਰ ਕਿਉਂ ਇਹ ਮੰਦੇ ਕਰਮ ਸਮਾਜ ਵਿੱਚ ਹੁੰਦੇ ਆ? ਕਿਆ ਵਾਕਈ ਇਹ ਮੰਦੇ ਕਰਮ ਕਰਨ ਵਾਲੇ ਵੀ ਪ੍ਰਮਾਤਮਾ ਨੇ ਪੈਦਾ ਕੀਤੇ ਹੈ ਜਾਂ ਕੀ ਹੈ? ਇਹ ਮੇਰੇ ਮਨ ਦੀ ਦੁਬਿਧਾ ਹੈ। ਤੁਹਾਡਾ ਕੀ ਨਾਂ ਹੈ? ਹਰਭਜਨ ਸਿੰਘ ਜੀ। ਮਾਨਯੋਗ ਹਰਭਜਨ ਸਿੰਘ ਜੀ, ਤੁਸੀਂ ਬੜਾ ਕੀਮਤੀ ਕੁਐਸਚਨ ਕੀਤਾ ਹੈ। ਅਸੀਂ ਜਦੋਂ ਪਰਮਾਤਮਾ ਨੂੰ ਇਸ ਸ੍ਰਿਸ਼ਟੀ ਤੋਂ ਅਲੱਗ ਸਮਝ ਲੈਂਦੇ ਹਾਂ ਤਾਂ ਐਸੇ ਕੁਐਸਚਨ ਸ਼ੁਰੂ ਹੁੰਦੇ ਨੇ। ਓਕੇ। ਸੈਕਿੰਡ, ਜਦੋਂ ਕਦੀ ਵੀ ਕੁਛ ਵੀ ਹੋ ਜਾਂਦਾ ਹੈ ਇੱਥੇ ਔਰ ਉਹ ਨੈਗੇਟਿਵ ਹੁੰਦਾ ਹੈ, ਫੋਰ ਐਗਜ਼ਾਮਪਲ ਪੋਜ਼ੀਟਿਵ ਹੁੰਦਾ ਹੈ ਤਾਂ ਤੇ ਚਲੋ ਅਸੀਂ ਰੱਬ 'ਤੇ ਰੱਖਤਾ ਵੀ ਸ਼ੁਕਰ ਹੈ ਰੱਬ ਦਾ, ਰੱਬ ਨੇ ਕਰਾਇਆ। ਲੇਕਿਨ ਨੈਗੇਟਿਵ ਹੁੰਦਾ ਤੇ ਅਸੀਂ ਉਹਨੂੰ ਥੋੜ੍ਹਾ ਸਟਰੋਂਗਲੀ ਕਹਿੰਦੇ ਹਾਂ ਜਿਵੇਂ ਰੱਬ ਕਰਾਏ, ਹੈ ਨਾ। ਹਾਈਟ ਆਫ ਇਗਨੋਰੈਂਸ। ਅਸੀਂ ਉਹਦਾ ਨਾਂ ਰੱਬ ਦਾ ਭਾਣਾ ਰੱਖ ਲਿਆ।
ਸਮਾਜ ਅੰਦਰ ਕਿਸੇ ਦੀ ਬੇਟੀ ਨੂੰ ਦਾਜ ਪ੍ਰਥਾ ਹੇਠਾਂ ਸਾੜਿਆ ਗਿਆ। ਅਸੀਂ ਉਹਦੇ ਮਾਪਿਆਂ ਨੂੰ ਕਹਿ ਰਹੇ ਹਾਂ ਜਿਵੇਂ ਰੱਬ ਦਾ ਪਾਣਾ, ਪਰ ਇਹ ਰੱਬ ਦਾ ਪਾਣਾ ਹੈ ਨਹੀਂ ਹੈ, ਇਹ ਇਨਸਾਨ ਦਾ ਪਾਣਾ ਹੈ। ਜਦੋਂ ਅਸੀਂ ਜਪਜੀ ਸਾਹਿਬ ਦੀ ਵਿਚਾਰ ਕਰ ਰਹੇ ਸਾਂ, ਜਿਹਦੀ ਬਾਹਰ ਪੁਸਤਕ ਵੀ ਆਈ ਹੈ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਦੀ ਰੱਬੀ ਗੁਣ, ਫਿਰ ਸੈਕਿੰਡ ਪੁਸਤਕ ਆਈ ਰੱਬੀ ਰਜ਼ਾ ਸੱਜੂਗਾ ਸੱਚ, ਥਰਡ ਪੁਸਤਕ ਆਈ ਸਚਿਆਰਾ ਕਿਵੇਂ ਬਣੀ ਹੈ, ਸਾਰਾ ਜਪਜੀ ਸਾਹਿਬ। ਔਰ ਲਾਈਵ TV ਤੇ ਤੁਸੀਂ ਟਾਈਮ TV ਚੜ੍ਹਦੀ ਕਲਾ ਤੇ ਰੋਜ਼ ਸਵੇਰੇ 9 ਵਜੇ ਦੇਖ ਰਹੇ ਹੋ। ਉਹਦੇ 'ਚ ਅਸੀਂ ਸਮਝਿਆ ਕਿ ਪਹਿਲੀ ਪੌੜੀ ਚੱਲ ਰਹੀ ਹੈ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲਖਵਾਰ, ਚੁੱਪਾ ਚੁੱਪਣਾ ਹੋਵੇ ਜੇ ਲਾਇਰਾਂ ਵਿਤਾਰ, ਭੁੱਖਿਆਂ ਭੁੱਖਣਾ ਉਤਰੀ ਜੇ ਬੰਨਾ ਪੂਰੀਆਂ ਭਾਰ, ਸਹਿ ਸਿਆਣ ਪਰ ਲੱਖ ਹੋਏ ਤਾਂ ਇੱਕ ਨਾ ਚੱਲਣ ਨਾਲ, ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਿਆ ਪਾਲ। ਅੱਗੇ ਕਹਿ ਰਹੇ ਨੇ ਹੁਕਮ ਰਜ਼ਾਈ ਚੱਲਣਾ, ਰਜ਼ਾ ਭਾਣਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤਾਂ ਅਸੀਂ ਹੈਰਾਨ ਰਹਿ ਗਏ, ਪਹਿਲੀ ਪੌੜੀ ਚੱਲ ਰਹੀ ਹੈ, ਕੋਈ ਨੈਗੇਟਿਵ ਦੀ ਗੱਲ ਨਹੀਂ ਹੋਈ, ਕੋਈ ਡਿਸਟਰੈਕਸ਼ਨ ਦੀ ਗੱਲ ਨਹੀਂ ਹੋਈ, ਕੁਛ ਵੀ ਗੜਬੜ ਦੀ ਗੱਲ ਨਹੀਂ ਹੋਈ। ਤਾਂ ਸਮਝ ਆਇਆ ਕਿ ਰਜ਼ਾ ਪਾਣਾ ਦਾ ਮਤਲਬ ਹੁੰਦਾ ਹੈ ਅੰਦਰੋਂ ਜੋ ਰੱਬ ਜੀ ਕਹਿੰਦੇ ਨੇ ਉਹਦੇ ਅਨੁਸਾਰ ਚੱਲਣਾ, ਹੁਕਮ ਰਜ਼ਾਈ ਚੱਲਣਾ। ਰਜ਼ਾ ਔਰ ਪਾਣਾ ਕਿਵੇਂ ਜਿਹੜੇ ਬੁਰੇ ਕਰਮ ਹੋ ਰਹੇ ਆ ਸਮਾਜ ਦੇ ਵਿੱਚ, ਫਿਰ ਉਹਨਾਂ ਨੂੰ ਅਸੀਂ ਇਹ ਕਹਿਣਾ ਸਮਾਜ, ਮੈਨੂੰ ਲੱਗਿਆ ਕਿ ਜਿਹੜੇ ਕੁਐਸਚਨ ਆ ਰਹੇ ਨੇ ਉਹ ਸਾਰੀਆਂ ਗੱਲਾਂ ਸਾਡੀਆਂ ਸਾਂਝੀਆਂ। ਮੈਨੂੰ ਲੱਗਦਾ ਹਰ ਬੰਦੇ ਦੇ ਵਿਅਕਤੀ ਦੇ ਮਨ ਦੇ 'ਚ ਇਹ ਗੱਲ ਆ ਰਹੀ ਹੈ। ਬਿਲਕੁਲ। ਔਰ ਅਸੀਂ ਫਿਰ ਕਿਉਂ ਜੋੜਦੇ ਇਸ ਤਰ੍ਹਾਂ? ਅਸੀਂ ਇਹ ਕਹਿਣਾ ਛੱਡਣਾ ਚਾਹੀਦਾ ਸਾਨੂੰ ਕਿ ਚੰਗਾ ਮੰਦਾ ਜੋ ਵੀ ਹੈ ਉਹ ਪਰਮਾਤਮਾ ਦਾ ਪੈਦਾ ਕੀਤਾ ਹੋਇਆ। ਦੇਖੋ ਇੱਥੇ ਨਾ ਬਾਬਾ ਬੋਏ, ਕੀ ਮੈਨੂੰ ਸੰਸਥਾ ਦਾ ਪੂਰਾ ਨਾਂ ਨਹੀਂ ਪਤਾ, ਬਾਬਾ ਬੋਏ ਸੰਸਥਾ ਵਾਲਿਆਂ ਨੇ ਪ੍ਰੋਗਰਾਮ ਰਖਾਇਆ, ਪਰ ਮੈਨੂੰ ਅਥਾਰਟੀ ਨਾਲ ਇਹ ਨਹੀਂ ਦਿੱਤੀ ਵੀ ਲੋਕਾਂ ਨੂੰ ਵਾਟ ਸ਼ੁੱਡ ਦੇ ਡੂ, ਇਹ ਕਹਿਣ ਦਾ ਮੈਨੂੰ ਹੱਕ ਨਹੀਂ ਹੈ ਕਿ ਲੋਕੀ ਕੀ ਕਹਿਣਾ ਛੱਡ ਦੇਣ। ਮੈਂ ਸਿੱਖਿਆ ਮੈਨੂੰ ਨਹੀਂ ਇਹ ਗੱਲ ਤੇ ਹਰ ਗੱਲ ਨੂੰ ਰੱਬ ਜੀ 'ਤੇ ਥੋਪ ਦੇਣਾ ਚਾਹੀਦਾ। ਮੈਨੂੰ ਰਿਸਪੋਂਸਿਬਿਲਿਟੀ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਿਆ ਵਰਜਨਾ। ਮੇਰਾ ਕ੍ਰਾਈਟੇਰੀਆ ਗਲਤ ਸੀ, ਮੈਂ ਮੁੰਡੇ ਨੂੰ ਚੈੱਕ ਹੀ ਨਹੀਂ ਕੀਤਾ, ਮੈਂ ਤਾਂ ਚੈੱਕ ਕੀਤਾ ਸਾਡੀ ਜ਼ਾਤ ਦਾ ਛੜਾ ਹੈ, ਕਰਜ਼ਾ ਕੋਈ ਦੇਣਾ ਨਹੀਂ ਹੈ, ਮਕਾਨ ਹੈ, ਚੰਗੀ ਕਮਾਈ ਕਰਦਾ ਹੈ, ਭਾਵੇਂ ਉਹ ਸ਼ਰਾਬ ਪੀਂਦਾ, ਮੇਰੀ ਬੇਟੀ ਨੂੰ ਜੁੱਤੀਆਂ ਮਾਰਦਾ ਹੈ, ਖਿਮਾ ਕਰਨਾ ਮੇਰਾ ਲਫ਼ਜ਼, ਇਹ ਸਭ ਕੁਛ ਹੈ ਵਾਪਰਦਾ ਨਾ। ਹੁਣ ਜਦੋਂ ਮੇਰੀ ਬੇਟੀ ਨਾਲ ਮਿਸਬਿਹੇਵ ਕਰੇ ਔਰ ਮੈਂ ਇਹਨੂੰ ਰੱਬ 'ਤੇ ਪਾਵਾਂ, ਹਾਈਟ ਆਫ ਇਗਨੋਰੈਂਸ ਹੈ ਨਾ ਮੇਰੀ, ਹੈ ਨਾ। ਸੋ ਜਪਜੀ ਸਾਹਿਬ ਦੀ ਪਹਿਲੀ ਪੌੜੀ ਨੂੰ ਸਮਝਦਿਆਂ ਅਸੀਂ ਇਹ ਸਮਝਿਆ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਵਰਸ ਹੈ, ਪਹਿਲੇ ਸਫੇ 'ਤੇ ਹੈ, ਪਹਿਲੀ ਪੌੜੀ ਹੈ, ਕੋਈ ਡਿਸਟਰੈਕਸ਼ਨ ਦੀ ਗੱਲ ਨਹੀਂ ਹੋਈ। ਰਜ਼ਾ ਪਾਣਾ ਦਾ ਮਤਲਬ ਨਿਕਲ ਕੇ ਆਇਆ ਨਾਨਕ ਲਿਖਿਆ ਨਾਲ, ਤੇਰੇ ਅੰਦਰ ਰੱਬ ਜੀ ਵਸਦੇ ਨੇ, ਰੱਬ ਜੀ ਨੇ ਤੈਨੂੰ ਜਿਹੜੀ ਸੁਮਤ ਬਖਸ਼ੀ ਹੈ ਉਹ ਲਿਖੀਆਂ ਨੂੰ ਪੜ੍ਹਨਾ ਸਿੱਖ, ਤੇਰੇ ਨਾਲ ਹੈ, ਔਰ ਅਕੋਰਡਿੰਗ ਟੂ ਦੈਟ ਜੀਵਿਆ ਕਰ, ਇਜ਼ ਕਾਲਡ ਹੁਕਮ ਰਜ਼ਾਈ ਚੱਲਣਾ। ਉਹ ਜਿਹੜੀ ਅੰਦਰ ਦੀ ਗੱਲ ਹੈ ਉਹਨੂੰ ਰਜ਼ਾ ਹੁਕਮ ਪਾਣਾ ਕਹਿੰਦੇ ਹਨ। ਮਤਲਬ ਇਸ ਤਰ੍ਹਾਂ ਮੰਨ ਲਿਆ ਜਾਵੇ ਕਿ ਜਿਹੜੇ ਬੁਰੇ ਕਰਮ ਕਰਨ ਵਾਲੇ ਆ ਉਹ ਭਾਣੇ 'ਚ ਨਹੀਂ ਚੱਲ ਰਹੇ ਜਾਂ। ਵਾਹ, ਇਹ ਤਾਂ ਤੁਸੀਂ ਮੈਨੂੰ ਬੜਾ ਸੋਹਣਾ ਆਨਸਰ ਸਿਖਾ ਦਿੱਤਾ, ਗ੍ਰੇਟ। ਜਦੋਂ ਮੇਰਾ ਮਨ ਕੀ ਮਤ ਕਰਦਾ ਹੈ, ਜਮਾ ਵਾਲੀ ਡੀਮਨਸ ਥਾਟ ਵਾਲੇ ਕਰਮ ਕਰਦਾ ਹੈ, ਤਾਂ ਉਹ ਰਜ਼ਾ ਤੋਂ ਉਲਟ ਕਰਦਾ ਹੈ, ਕਿਉਂਕਿ ਰਜ਼ਾ ਮੈਨੂੰ ਸਿਖਾ ਰਹੀ ਹੈ ਆਈਡੀਅਲਸ ਜੀ, isn't it? ਜੀ ਬਹੁਤ ਸਿੰਪਲ ਆਨਸਰ ਕਰਤਾ ਤੁਸੀਂ, ਥੈਂਕਸ ਟੂ ਹੈਲਪ ਮੀ ਹਰਭਜਨ ਸਿੰਘ ਜੀ। ਜੀ ਮੈਨੂੰ ਵੀ ਖੁਸ਼ੀ ਹੋਈ ਕਿ ਮੈਨੂੰ ਥੋੜਾ ਜਿਹਾ ਮੇਰੇ ਮਨ ਦੀ ਦੁਬਿਧਾ ਇਸ ਗੱਲ ਨਾਲ ਘਟੇਗੀ, ਕਿਉਂਕਿ ਮੈਂ ਔਰ ਮਿਸਿਸ ਆਏ ਹੋਏ ਆ, ਅਸੀਂ ਅਕਸਰ ਘਰ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦੀ ਦੁਬਿਧਾ ਪੈਦਾ ਹੁੰਦੀ ਹੈ, ਅਸੀਂ ਡਿਸਕਸ ਕਰਦੇ ਹਾਂ। ਗ੍ਰੇਟ, ਆਈ ਐਪਰੀਸ਼ੀਏਟ। ਇੱਕ ਛੋਟਾ ਜਿਹਾ ਸਵਾਲ ਹੋਰ ਹੈ ਕਿ ਤੁਸੀਂ ਕਿਹਾ ਨਿੰਦਾ ਕਰਦੇ ਆ, ਅਸੀਂ ਕਰਦੇ ਵੀ ਹਾਂ, ਪਰ ਸਮ ਟਾਈਮ ਜਦੋਂ ਅਸੀਂ ਡਿਊਟੀ ਦੌਰਾਨ ਵਾਪਰਦਾ ਅਸੀਂ ਵਿਚਰਦੇ ਹਾਂ, ਜਾਂ ਕੋਈ ਜਿਹੜਾ ਵਿਅਕਤੀ ਵੀ ਆਪਣੀ ਡਿਊਟੀ ਨਹੀਂ ਕਰ ਰਿਹਾ, ਪੰਜਾਬੀ ਦੇ ਇੱਕ ਪਾਤਰ ਜੀ ਕਵੀ ਨੇ, ਉਹਨਾਂ ਨੇ ਵੀ ਲਿਖਿਆ ਕਿ ਖਾਰ ਨੂੰ ਖਾਰ ਲਿਖੋ, ਖਾਮ ਖਾਂ ਕੰਵਲ ਨਾ ਲਿਖੋ, ਕੰਡੇ ਨੂੰ ਕੰਡਾ ਕਹਿਣਾ, ਸੱਚ ਨੂੰ ਫੁੱਲ ਨੂੰ ਫੁੱਲ ਕਹਿਣਾ, ਕਿ ਇਹਨੂੰ ਅਸੀਂ ਨਿੰਦਾ, ਪ੍ਰਸ਼ੰਸਾ ਅਤੇ ਸੱਚ ਕਿਵੇਂ, ਜੇ ਕੋਈ ਗਲਤ ਕੰਮ ਕਰ ਰਿਹਾ ਤਾਂ ਉਹਨੂੰ ਗਲਤ ਕਹਿਣਾ ਕਿ ਅਸੀਂ ਨਿੰਦਾ ਕਵਾਂਗੇ। ਅਗਰ ਕੋਈ ਟੀਚਰ ਹੈ ਉਹ ਪੀਰੀਅਡ ਨਹੀਂ ਲਾ ਰਿਹਾ, ਬੀਇੰਗ ਹੈਡ ਮੈਂ ਉਹਨੂੰ ਕਹਿ ਰਿਹਾ ਜਾਂ ਮੈਂ ਮਹਿਸੂਸ ਕਰ ਰਿਹਾ ਉਹਦੇ ਪ੍ਰਤੀ ਮੈਂ ਗੱਲ ਕਰ ਰਿਹਾ ਕਿ ਉਹ ਆਪਣਾ ਕੰਮ ਸਹੀ ਨਹੀਂ ਕਰ ਰਿਹਾ, ਤਾਂ ਕਿਆ ਉਹ ਮੈਂ ਨਿੰਦਾ ਕਰ ਰਿਹਾ ਜਾਂ ਸੱਚ ਬੋਲ ਰਿਹਾ? ਪਲੀਜ਼। ਜੇ ਤਾਂ ਮੈਂ ਸਕੂਲ ਵਿੱਚ ਟੀਚਰ ਹਾਂ और मेरी ये ड्यूटी लाई गई है कि तुम ढूंढ के लाओ कौन कौन सा टीचर ठीक नहीं पढ़ाता, ਤਾਂ ਤੇ ਮੈਨੂੰ ਇਹ ਕੰਮ ਕਰਨਾ ਚਾਹੀਦਾ। ਬੀਇੰਗ ਹੈਡ ਜਾਂ ਕੋਈ ਵੀ ਟੀਚਰ ਹੈ, ਡਾਕਟਰ ਹੈ, ਕੋਈ ਵੀ ਡਿਪਾਰਟਮੈਂਟ ਹੋ ਸਕਦਾ, ਜੋ ਵੀ ਅਥਾਰਟੀ ਹੈ ਉਹ ਬਾਕੀਆਂ ਨੂੰ ਚੈੱਕ ਤਾਂ ਕਰੇਗਾ, ਉਸ ਦੀ ਡਿਊਟੀ ਹੈ। ਬਾਕੀਆਂ ਦੀ ਤਾਂ ਡਿਊਟੀ ਨਹੀਂ ਲਾਈ ਕਿ ਸਟਾਫ ਰੂਮ ਵਿੱਚ ਬੈਠ ਕੇ ਬਾਕੀਆਂ ਦੀ ਨਿੰਦਾ ਸ਼ੁਰੂ ਕਰੋ। ਜੀ ਨਹੀਂ, ਮੇਰਾ ਸਵਾਲ ਇਹ ਹੈ ਕਿ ਕੀ ਗਲਤ ਨੂੰ ਗਲਤ ਕਹਿਣਾ ਨਿੰਦਾ ਹੈ? ਤੁਸੀਂ ਪਹਿਲਾਂ ਸਪੈਸੀਫਿਕ 'ਤੇ ਆਏ, ਹੁਣ ਜਨਰਲ 'ਤੇ ਆ ਗਏ।
स्पैसिफिक ज़्यादा बेटर है जी टू अंडरस्टैंड द थिंग। मैं टीचर हाँ, मैं मैथमेटिक्स पढ़ाता हाँ, मेरा काम है मैं मैथमेटिक्स ठीक पढ़ावां, पर मेरे मैथमेटिक्स पढ़ाने नाल दुनिया के बच्चे इस गल ते ठीक नहीं हो जाएंगे, ठीक मैथमेटिक्स नहीं पढ़ जाएंगे कि मैं प्रिंसीपल नूं जाके दसा मिस्टर सुरिंदर मैथमेटिक्स ठीक नहीं पढ़ाता, अपना सिलेबस पूरा नहीं करता, शराब पीता है, ट्यूशन लेता है, लोगों से पैसे खाता है, फिर नंबर देता है। यह कहण नाल मेरे बच्चों नूं मेरा मैथमेटिक्स काम नहीं आएगा। मेरे बच्चों नूं मेरा मैथमेटिक्स काम आएगा कि जो मैनूं मैथमेटिक्स आंदा है वो मैं पढ़ावां। मेरी किन्ने ड्यूटी लाई है कि मैं सुरिंदर दी जाके शिकायत प्रिंसीपल नूं लावां? नहीं, ठीक है, बिल्कुल मैं तुहाडे गल नाल। सो सब्जेक्ट इज स्पेसिफिकली टॉकिंग अबाउट निंदा। इफ I stop my duty and go and talk to principal against सुरिंदर, ਤਾਂ ਫਿਰ ਨਿੰਦਕ ਹੀ ਮੈਂ ਬਣ ਜਾਵਾਂਗਾ। ਮੈਨੂੰ ਇਹ ਡਿਊਟੀ ਨਹੀਂ ਲਾਈ ਗਈ ਹੈ। ਉਹ ਤਾਂ ਠੀਕ ਹੈ, ਅਗਰ ਕਿਸੇ ਨੂੰ ਅਸੀਂ ਕਨਵੇ ਕਰਦੇ ਹਾਂ ਕਿਸੇ ਦੀ ਕਮਜ਼ੋਰੀ, ਉਹ ਤਾਂ ਨਿੰਦਾ ਹੋਈ, ਪਰ ਅਗਰ ਉਹ ਗਲਤ ਹੈ ਤਾਂ ਕਿਆ ਗਲਤ ਨੂੰ ਗਲਤ ਕਹਿਣਾ ਵੀ ਨਿੰਦਾ ਹੈ? ਵੀਰ ਜੀ ਮੈਨੂੰ ਇਹਦੇ ਬਾਰੇ ਇਤਨੀ ਹੀ ਸਮਝ ਹੈ, ਵਰਨਾ ਸਾਰਾ ਸਮਾਜ ਇੱਕ ਦੂਜੇ ਨੂੰ ਠੀਕ ਹੀ ਤੇ ਕਰ ਰਿਹਾ ਹੈ। ਜੀ थैंक यू। ਅਸੀਂ ਸਾਰੇ ਇੱਕ ਦੂਜੇ ਦੀ ਨਿੰਦਾ ਹੀ ਤੇ ਕਰ ਰਹੇ ਹਾਂ। ਰੋਜ਼ ਪੜੀ ਜਾ ਰਿਹਾ ਨਿੰਦਾ ਭਲੀ ਕਿਸੇ ਕੀ ਨਹੀਂ, ਰੋਜ਼ ਪੜੀ ਜਾ ਰਹੇ ਹਾਂ ਕਰਨ ਨਾ ਸੁਨੇ ਕਹੋ ਕਿ ਨਿੰਦਾ, ਔਰ ਸਭ ਦੀ ਨਿੰਦਾ ਕਰੀ ਜਾ ਰਿਹਾ। ਨਹੀਂ ਭੈਣ ਮੈਂ ਤੈਨੂੰ ਦੱਸਾਂ ਜੀ, ਹੈ ਨਾ, ਕਿਸੇ ਹੋਰ ਨੂੰ ਨਾ ਦੱਸੀ, ਮੇਰਾ ਨਾਂ ਨਾ ਲਈ ਮੈਂ ਦੱਸਿਆ, ਔਰ ਸਭ ਕੁਝ ਦੱਸ ਹੀ ਤੇ ਦਿੰਦੇ ਹਾਂ। ਜੀ ਅਸੀਂ ਇੱਕ ਦੂਜੇ ਨੂੰ ਖਾਰ ਹੀ ਤੇ ਕਹੀ ਜਾ ਰਹੇ ਹਾਂ, ਫੁੱਲ ਤੇ ਕਹਿਣਾ ਬਹੁਤ ਦੂਰ ਦੀ ਗੱਲ ਹੈ। ਮੈਂ ਕਲੋਜ਼ ਕਰਾਂਗਾ ਤੁਹਾਡੇ ਥੈਂਕਸ ਦੇ ਨਾਲ, ਇਸ ਸੁਸਾਇਟੀ ਦੇ ਥੈਂਕਸ ਨਾਲ। ਜਦ ਤੋਂ ਵੀ ਤੁਹਾਡੇ ਸੰਪਰਕ ਵਿੱਚ ਆਇਆ, ਮੈਂ ਆਪਣੇ ਇੱਕ ਦੋਸਤ ਦੇ ਰਾਹੀਂ, ਟੀਵੀ ਰਾਹੀਂ, ਤੁਹਾਡੀਆਂ ਸੀਡੀਜ਼ ਰਾਹੀਂ, ਮੈਂ ਇਸ ਗੱਲ ਦੀ ਘੱਟੋ ਘੱਟ ਮੈਂ ਆਪਣੇ ਤਨ ਤੋਂ, ਆਪਣੇ ਮਨ ਤੋਂ, ਆਪਣੇ ਫੈਮਿਲੀ ਦੇ ਬਲੀਵ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਢੰਗ ਦੀ ਗੁਰਬਾਣੀ ਦੀ ਵਿਆਖਿਆ ਤੁਸੀਂ ਕੀਤੀ ਹੈ, ਕਮ ਸੇ ਕਮ ਅਸੀਂ ਅੱਜ ਤੱਕ ਇਸ ਢੰਗ ਦੀ ਵਿਆਖਿਆ ਜਿਹੜੀ ਹੈ ਨਹੀਂ ਸੁਣੀ, ਜਿਹਨੂੰ ਅਸੀਂ ਆਪਣੇ ਲਾਈਫ ਦੇ ਵਿੱਚ ਢਾਲ ਸਕਦੇ ਹਾਂ ਔਰ ਆਪਣੇ ਜੀਵਨ ਦੇ ਨਾਲ ਜੋੜ ਕੇ ਜਿਸ ਤਰ੍ਹਾਂ ਤੁਸੀਂ ਗੁਰਬਾਣੀ ਨੂੰ ਵਿਆਖਿਆ ਕਰਦੇ ਹੋ, ਇਹ ਸ਼ਾਇਦ ਹੀ ਇਸ ਤਰ੍ਹਾਂ ਕਦੀ ਹੋਇਆ ਹੋਵੇ। ਇਹਦੇ ਲਈ ਮੈਂ ਬਹੁਤ ਥੈਂਕਸ ਤੁਹਾਡਾ ਕਰਦਾ। ਥੈਂਕ ਯੂ ਹਰਭਜਨ, ਐਂਡ ਥੈਂਕਸ ਟੂ ਗੋਡ, ਉਹਨਾਂ ਨੇ ਇਸ ਤਰ੍ਹਾਂ ਦੀ ਸ਼ਖਸੀਅਤ ਪੈਦਾ ਕਰਕੇ ਸਾਡੇ ਵਿੱਚ ਭੇਜੀ ਹੈ। ਥੈਂਕਸ ਟੂ ਐਨਕਰੇਜ, ਸੋ ਨਾਈਸ ਆਫ ਯੂ।